रास बिरानी राखते, रास बिरानी राखते, रास बिरानी, रास बिरानी, रास बिरानी राखते, रास बिरानी राखते। खाया कर काखे खाया कर का खेत, रास बिरानी राखते, रास बिरानी राखते। खाया कर का खेत, रास बिरानी राखते, रास बिरानी राखते, रास रास बिरानी राखते, रास बिरानी राखते। खाया कर का खेत, खाया कर का खेत, रास बिरानी राखते, रास बिरानी राखते। कबीर और को उपदेश ते, और को उपदेश और को, और को और को उपदेश ते, और को उपदेश ते। मुख में पर है रेत, मुख में पर रेत, मुख में पर रेत, रास बिरानी
राखते, रास बिरानी राखते, खाया कर काखे, खाया कर काखे, रास बिरानी राखते, रास बिरानी राखते, कबीर अवर को उपदेश ते, अवर को मुख में पर है रेत, मुख में पर है रेत, अवर को उपदेश ते, अवर को उपदेश ते, मुख में पर रेत, मुख में पर है रेत, मुख में पर है रेत, मुख में पर है रेत, रास बिरानी राखते, रास बिरानी राखते, खाया कर काखे, खाया कर काखे, आस बिरानी राखते, रास बिरानी राखते, रास बिरानी, रास बिरानी, रास बिरानी राखते, खाया कर काखे तू। प्यारी साध संगत जी, असी जो श्लोक गायन किया है गुरु ग्रंथ साहिब दे 1369 पेज से सुशोभित है। असी कबीर जी का 98 नंबर श्लोक गायन किया है। असी सब जानते हाँ कि गुरु ग्रंथ साहिब विच कबीर जी की बाणी दे बहुत सारे शब्द हैं और जदों भी कोई नवा टॉपिक शुरू होया है उस टॉपिक विच नवा राग नवे अंग तो गुरु नानक साहब का शब्द शुरू होता है और जिथे गुरुआं की बाणी समाप्त होती है उत्थे उसका टोटल करके फिर उस तो बाद बाणी भगतां की शुरू होती है और उत्थे सब तो पहला श्लोक
ਕਬੀਰ ਜੀ ਦਾ ਹੁੰਦਾ ਹੈ। ਉਸੇ ਟੌਪਿਕ ਵਿੱਚ, ਜਿਸ ਟੌਪਿਕ ਵਿੱਚ ਗੁਰੂ ਨਾਨਕ ਸਾਹਿਬ ਨੇ ਰਾਗ ਛੇੜਿਆ ਔਰ ਨਵਾਂ ਟੌਪਿਕ ਸ਼ੁਰੂ ਕੀਤਾ। ਇਹ ਬਾਣੀ ਦੀ ਬਣਤਰ ਹੈ, ਕੰਪਾਈਲੇਸ਼ਨ ਆਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿ ਇਸ ਨੂੰ ਕਿਸ ਤਰ੍ਹਾਂ ਕੰਪਾਈਲ ਕੀਤਾ ਗਿਆ। ਪਰ ਅਸੀਂ ਸਭ ਇਹ ਵੀ ਜਾਣਦੇ ਹਾਂ ਕਿ ਕਬੀਰ ਜੀ ਦੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੇ ਆਖੀਰ ਵਿੱਚ ਸ਼ਲੋਕ ਹਨ, ਜਿਨ੍ਹਾਂ ਸ਼ਲੋਕਾਂ 'ਚੋਂ ਅਸੀਂ 98 ਨੰਬਰ ਸ਼ਲੋਕ ਗਾਇਨ ਕੀਤਾ ਔਰ ਉੱਥੇ ਕਰੀਬਨ ਟੋਟਲ ਸ਼ਲੋਕ 242-43 ਨੇ, ਜਿਨ੍ਹਾਂ 'ਚੋਂ ਕੁਝ ਸ਼ਲੋਕ ਗੁਰੂ ਸਾਹਿਬ ਦੇ ਵੀ ਹਨ। ਜਿਹੜੇ ਸ਼ਲੋਕਾਂ ਨੂੰ ਪੜ੍ਹਨ ਵਾਲੇ ਨੂੰ ਕਿਧਰੇ ਵੀ ਭਰਮ ਪੈ ਸਕਦਾ ਹੈ ਜਾਂ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ, ਉਸ ਨੂੰ ਉਭਾਰ ਕੇ ਖੋਲ੍ਹ ਕੇ ਸਮਝਾਉਣ ਵਾਸਤੇ ਉੱਥੇ ਗੁਰੂ ਸਾਹਿਬ ਦੇ ਸ਼ਲੋਕ ਵੀ ਦਰਜ ਹਨ। ਤੁਸੀਂ ਦੇਖੋਗੇ ਮਹਿਲਾ 5ਵਾਂ ਲਿਖਿਆ ਹੋਏਗਾ ਔਰ ਲਿਖਿਆ ਹੋਏਗਾ ਕਬੀਰ ਚਾਵਲ ਕਾਰਨੇ ਤੁਖ ਕੋ ਮੋਲੀ ਲਾਏ, ਤਾਂ ਉੱਥੇ ਉਹ ਗੁਰੂ ਅਰਜਨ ਪਾਤਸ਼ਾਹ ਦਾ ਸ਼ਲੋਕ ਹੈ। ਕਬੀਰ ਜੀ ਨੂੰ ਖੋਲ੍ਹ ਕੇ ਸੰਗਤਾਂ ਸਾਹਮਣੇ ਰੱਖਣ ਲਈ ਗੁਰੂ ਪਾਤਸ਼ਾਹ ਆਪਣਾ ਉੱਥੇ ਸ਼ਲੋਕ ਦਰਜ ਕਰਦੇ ਨੇ। ਇਸ ਤਰ੍ਹਾਂ ਕਬੀਰ ਜੀ ਦੇ ਸ਼ਲੋਕਾਂ ਤੋਂ ਇਲਾਵਾ ਉਸ ਦਾ ਸਿਰਲੇਖ ਹੈ ਸ਼ਲੋਕ ਕਬੀਰ ਜੀ ਕੇ, ਔਰ ਇਸ ਤਰ੍ਹਾਂ ਹੀ ਫਰੀਦ ਜੀ ਦੀ ਬਾਣੀ ਦੇ ਵੀ ਸ਼ਬਦਾਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਸ਼ਲੋਕ ਸ਼ੇਖ ਫਰੀਦ ਜੀ ਕੇ, ਇਹ ਵੀ ਬਣਤਰ ਹੈ। ਔਰ ਉੱਥੇ ਕਰੀਬਨ ਫਰੀਦ ਜੀ ਦੇ 130 ਸ਼ਲੋਕ ਹਨ, ਜਿਨ੍ਹਾਂ 'ਚੋਂ ਕੁਝ ਸ਼ਲੋਕ ਗੁਰੂ ਸਾਹਿਬ ਦੇ ਹਨ। ਜੇ ਉੱਥੇ ਵੀ ਫਰੀਦ ਜੀ ਕਹਿੰਦੇ ਨੇ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ, ਤਾਂ ਪੜ੍ਹਨ ਵਾਲੇ ਨੂੰ ਰਤ ਕਿਹੜੇ ਵਾਲੀ ਮੀਨਸ ਬਲੱਡ ਕਿਹੜੇ ਵਾਲਾ, ਜੇ ਤਨ ਨੂੰ ਚੀਰੋ ਤਾਂ ਨਹੀਂ ਨਿਕਲਦਾ, ਕਿਉਂਕਿ ਮੈਡੀਕਲ ਸਾਇੰਸ ਦੇ ਹਿਸਾਬ ਦੇ ਨਾਲ ਸਾਡੀ ਬਾਡੀ ਵਿੱਚ ਬਲੱਡ ਹੁੰਦਾ ਹੈ। ਉਹ ਇਨਸਾਨ ਜੀਵਿਤ ਹੀ ਨਹੀਂ ਰਹਿੰਦਾ ਜਿਹਦਾ ਬਲੱਡ ਨਾ ਹੋਵੇ। ਪਰ ਫਰੀਦ ਜੀ ਜਿਹੜੀ ਗੱਲ ਕਰਦੇ ਨੇ ਅਨਹੋਣੀ ਗੱਲ ਨਹੀਂ ਕਰਦੇ ਨੇ, ਉਹ ਇੱਕ ਰਮਜ਼ ਹੈ, ਰੱਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ। ਤਾਂ ਗੁਰੂ ਸਾਹਿਬ ਉੱਥੇ ਆਪਣਾ ਸ਼ਲੋਕ ਲਗਾਉਂਦੇ ਨੇ ਔਰ ਫਰੀਦ ਜੀ ਦੇ ਸ਼ਲੋਕ ਨੂੰ ਉਭਾਰ ਕੇ ਖੋਲ੍ਹ ਕੇ ਬਿਆਨ ਕਰਦੇ ਨੇ। ਕੁਝ ਸੱਜਣ ਇਸ ਤਰ੍ਹਾਂ ਲਿਖਦੇ ਨੇ ਜਾਂ ਕਹਿੰਦੇ ਹਨ ਕਿ ਫਰੀਦ ਜੀ ਨੇ ਆਪਣੇ ਉਸ ਨੂੰ ਖੋਲ੍ਹਿਆ ਨਹੀਂ। ਫਰੀਦ ਜੀ ਨੇ ਕੋਈ ਗਲਤੀ ਨਹੀਂ ਕੀਤੀ ਹੈ, ਉਹ ਆਪਣੀ ਪੋਇਟਿਕ ਚਾਲ ਵਿੱਚ ਜਿਸ ਤਰ੍ਹਾਂ ਉਸ ਵੇਲੇ ਸੁਨੇਹਾ ਦਿੰਦੇ ਹਨ, ਪਰ ਉਹ ਟੌਪਿਕ ਸਾਨੂੰ ਲੱਭਣਾ ਹੈ ਕਿਹੜੀ ਰਤ ਕਿਹੜਾ ਖੂਨ ਉਹਨਾਂ ਦੇ ਤਨ ਵਿੱਚ ਨਹੀਂ ਹੁੰਦਾ। ਸੋ ਗੁਰੂ ਸਾਹਿਬ ਕਹਿੰਦੇ ਨੇ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ। ਉਸ ਸ਼ਲੋਕ ਵਿੱਚ ਗੁਰੂ ਸਾਹਿਬ ਰਤ ਨੂੰ ਬਿਆਨ ਕਰਨ ਵਾਸਤੇ ਕਹਿੰਦੇ ਨੇ ਜੋ ਸ਼ੈ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਉਹ ਲੋਕ ਲੋਭੀ ਨਹੀਂ ਹੁੰਦੇ ਨੇ, ਔਰ ਲੋਭੀ ਗ੍ਰੀਡੀ ਨੂੰ ਕਹਿੰਦੇ ਨੇ। ਲੋਭ ਤੋਂ ਬਾਅਦ ਹੀ ਸਾਡੀ ਤ੍ਰਿਸ਼ਨਾ ਸਾਨੂੰ ਸਤਾਉਂਦੀ ਹੈ, ਇਸ ਕਰਕੇ ਸਾਡਾ ਸਾਰਾ ਖੂਨ ਕੰਟੈਮੀਨੇਟਿਡ ਹੋ ਜਾਂਦਾ ਔਰ ਅਸੀਂ ਲੋਭੀ ਹੋ ਜਾਂਦੇ। ਸੋ ਇਸ ਤਰ੍ਹਾਂ ਬਾਣੀ ਦੀ ਬਣਤਰ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਜੇ ਸਮਝ ਕੇ ਪੜ੍ਹੀਏ। ਮੈਂ ਸੰਗਤਾਂ ਨੂੰ ਕਿਸੇ ਵੀ ਹੁਕਮ ਕਰਨ ਦੀ ਅਥਾਰਟੀ ਵਿੱਚ ਨਹੀਂ ਹਾਂ, ਮੇਰੀ ਕੋਈ ਪਾਇਆ ਨਹੀਂ ਹੈ, ਇਸ ਕਰਕੇ ਮੈਂ ਹੁਕਮ ਨਹੀਂ ਕਰ ਸਕਦਾ ਕਿ ਸਾਨੂੰ 101 ਅਖੰਡ ਪਾਠ ਨਹੀਂ ਰੱਖਣੇ ਚਾਹੀਦੇ। ਮੈਂ ਹੁਕਮ ਕਰਕੇ ਮਨਾ ਨਹੀਂ ਕਰ ਸਕਦਾ ਕਿ 51 ਪਾਠ ਨਹੀਂ ਰੱਖਣੇ ਚਾਹੀਦੇ। ਮੈਂ ਹੁਕਮ ਕਰਕੇ ਮਨਾ ਨਹੀਂ ਕਰ ਸਕਦਾ ਕਿ ਸਾਨੂੰ ਅਖੰਡ ਪਾਠ ਵਿੱਚ ਇਨਵੋਲਵ ਹੋਣ ਦੀ ਬਜਾਏ ਗੁਰਬਾਣੀ ਨੂੰ ਖੋਜ ਕੇ ਪੜ੍ਹਨਾ ਚਾਹੀਦਾ ਹੈ। ਮੈਂ ਇਹ ਵੀ ਹੁਕਮ ਨਹੀਂ ਕਰ ਸਕਦਾ ਕਿ ਸਾਨੂੰ ਨਗਰ ਕੀਰਤਨ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਪਰ ਇਤਨੀ ਮੈਂ ਨਮਰਤਾ ਸਹਿਤ ਸਾਂਝ ਕਰ ਸਕਦਾ ਕਿ ਜਿਸ ਗੁਰੂ ਅਰਜਨ ਪਾਤਸ਼ਾਹ ਨੇ ਆਪਣੀ ਸ਼ਹੀਦੀ ਦੇ ਦਿੱਤੀ ਔਰ ਸਾਡੇ ਵਾਸਤੇ ਪਿਓਰੈਸਟ ਫਾਰਮ ਵਿੱਚ ਇਤਨੀ ਮਿਹਨਤ ਮੁਸ਼ੱਕਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕੀਤੇ, ਉਹ ਕਿਸ ਢੰਗ ਨਾਲ ਕੀਤੇ ਜਿਸ ਦਾ ਸਦਕਾ ਸਾਡੇ ਕੋਲ ਪਿਓਰੈਸਟ ਫਾਰਮ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਵੇਲੇਬਲ ਹਨ। ਇਹ ਸਾਰੀ ਸਿਰਫ ਸਿੱਖ ਹੀ ਨਹੀਂ, ਸਾਰੀ ਦੁਨੀਆ ਬਲੈਸਡ ਹੈ ਕਿ ਗੁਰੂ ਸਾਹਿਬ ਨੇ ਐਸੇ ਕੀਮਤੀ ਸੁਜਾਨ ਢੰਗ ਦੇ ਨਾਲ ਉਸ ਨੂੰ ਦਰਜ ਕੀਤਾ, ਜੋ ਮੈਂ ਟੂਕ ਮਾਤਰ ਬਾਣੀ ਦੀ ਬਣਤਰ ਕੰਪਾਈਲੇਸ਼ਨ ਆਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨਾਲ ਸਾਂਝ ਕੀਤੀ। ਉਸ ਨੂੰ ਅਸੀਂ ਅੱਜ ਦੀ ਲੈਂਗੁਏਜ ਵਿੱਚ ਕਹਿੰਦੇ ਹਾਂ
ਕੰਪਿਊਟਰਾਈਜ਼ਡ ਲੌਕਅਪ ਸਿਸਟਮ ਕੀਤਾ ਕਿ ਇਹਦੇ ਵਿੱਚ ਮਿਕਸ ਕੋਈ ਕਰ ਹੀ ਨਹੀਂ ਸਕਦਾ। ਜਦੋਂ ਮੈਨੂੰ ਇਹ ਗੱਲ ਸਮਝ ਆਈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਮਿਕਸ ਨਹੀਂ ਕਰ ਸਕਦਾ, ਤਾਂ ਮੇਰਾ ਚਾਹ ਉਮਾਹ ਗੁਰੂ ਵਾਸਤੇ ਹੋਰ ਵੱਧ ਗਿਆ। ਤਾਂ ਤੋਂ ਮੈਂ ਆਪਣੀ ਨਾਨੀ ਨਾਲ ਗੱਲ ਕਰਨ ਲੱਗਾ, ਔਰ ਮੇਰੇ ਨਾਨੀ ਜੀ ਕਹਿੰਦੇ ਨੇ, ਜੇ ਤੈਨੂੰ ਇਹ ਸਮਝ ਆ ਗਈ ਹੈ ਕਿ ਇਤਿਹਾਸ ਵਿੱਚ ਕਈ ਜਗ੍ਹਾ ਮਿਕਸ ਹੈ, ਕਵਿਤਾਵਾਂ ਵਿੱਚ ਔਰ ਕੱਚੀ ਬਾਣੀ 'ਚ ਕਈ ਜਗ੍ਹਾ ਮਿਕਸ ਹੈ, ਤੇ ਫਿਰ ਤੂੰ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਸ਼ੁਰੂ ਕਰ, ਬਿਕੋਜ਼ ਦਿਸ ਇਜ਼ ਇਨ ਪਿਓਰੈਸਟ ਫਾਰਮ। ਇਹਦੇ ਵਿੱਚ ਕੋਈ ਵੀ ਮਿਲਾਵਟ ਕੀਤੀ ਨਹੀਂ ਜਾ ਸਕਦੀ। ਐਸੀ ਸੁਜਾਨ ਜੁਗਤ ਦੇ ਨਾਲ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਕੰਪਾਈਲ ਕੀਤਾ। ਹੁਣ ਅਸੀਂ ਸੋਚਣਾ ਹੈ ਕਿ ਅਸੀਂ ਨਗਰ ਕੀਰਤਨ ਜਾਂ ਅਖੰਡ ਪਾਠਾਂ 'ਚ ਆਪਣਾ ਸਮਾਂ ਲਗਾਉਣਾ ਹੈ, ਜਾਂ ਛਬੀਲ ਵਰਤਾ ਕੇ ਆਪਣਾ ਸਮਾਂ ਲਗਾਉਣਾ ਹੈ, ਜਾਂ ਆਪਣੀ ਕੀਮਤੀ ਐਨਰਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖੋਜਣ ਵੱਲ ਲਗਾਉਣਾ ਹੈ। ਇਹ ਸਾਡੇ 'ਤੇ ਡਿਪੈਂਡ ਕਰਦਾ ਹੈ। ਅੱਜ ਦੇ ਸ਼ਲੋਕ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਆਪ ਜੀ ਨਾਲ ਬਾਣੀ ਦੀ ਬਣਤਰ ਦੀ ਸਾਂਝ ਕੀਤੀ। ਅਸੀਂ ਕਬੀਰ ਜੀ ਦਾ 98th ਨੰਬਰ ਸ਼ਲੋਕ ਪੜ੍ਹਦੇ ਪਏ ਹਾਂ। ਕਬੀਰ ਸਾਹਿਬ ਕਹਿੰਦੇ ਨੇ, ਜਦੋਂ ਅਸੀਂ ਕਿਸੇ ਹੋਰ ਦੇ ਬਾਰੇ ਸੋਚਣਾ ਸ਼ੁਰੂ ਕਰਦੇ ਹਾਂ ਤਾਂ ਅਸੀਂ ਉਹਦੇ ਕੈਪੀਟਲ ਅਸੈਟ ਬਾਰੇ ਸ਼ੁਰੂ ਕਰਦੇ ਹਾਂ ਗੱਲ। ਫਲਾਣਾ ਉਹ ਤਾਂ ਅਮੀਰ ਨਹੀਂ ਨੇ, ਫਲਾਣੇ ਬੜੇ ਅਮੀਰ ਨੇ। ਅਸੀਂ ਲੋਕਾਂ ਦੇ ਕੈਪੀਟਲ ਅਸੈਟ, ਲੋਕਾਂ ਦੀਆਂ ਕਾਰਾਂ, ਲੋਕਾਂ ਦੇ ਪੈਸੇ, ਲੋਕਾਂ ਦੀ ਪ੍ਰਾਪਰਟੀ, ਲੋਕਾਂ ਦੀ ਪਿੱਛੋਂ ਕਿਹੜੀ ਜੱਦੀ ਜਾਇਦਾਦ ਚੱਲਦੀ ਆ ਰਹੀ ਹੈ, ਇਸ ਤਰੀਕੇ ਦੇ ਨਾਲ ਲੋਕਾਂ ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਬਿਰਾਨੀ ਮੀਨਸ ਪਰਾਈ। ਸਾਡੇ ਕੋਲ ਰਾਸ ਕਿਹੜੀ ਹੈ? ਸਾਧ ਸੰਗਤ ਜੀ, ਅਸੀਂ ਸਾਰੇ ਜਦੋਂ ਬਚਪਨ ਵਿੱਚ ਪੈਦਾ ਹੋਏ ਹਾਂ ਤਾਂ ਅਸੀਂ ਸਤਿਗੁਰ ਦੀ ਮੱਤ ਦਾ ਖਜ਼ਾਨਾ ਲੈ ਕੇ ਪੈਦਾ ਹੋਏ ਹਾਂ। ਉਹਨੂੰ ਬਾਲ ਬੁੱਧ ਕਹਿੰਦੇ ਨੇ। ਅਸੀਂ ਇਨੋਸੈਂਟ ਪੈਦਾ ਹੁੰਦੇ ਹਾਂ। ਅਸੀਂ ਬੰਚ ਆਫ ਗੁੱਡ ਕੁਆਲਿਟੀਜ਼ ਨਾਲ ਪੈਦਾ ਹੁੰਦੇ ਹਾਂ। ਸਾਰੇ ਉਹਦੀਆਂ ਨਿਸ਼ਾਨੀਆਂ ਹੁੰਦੀਆਂ। ਬੱਚਾ ਕਿਸੇ ਨਾਲ ਵੈਰ ਨਹੀਂ ਰੱਖਦਾ, ਬੱਚੇ ਵਾਸਤੇ ਅਮੀਰ ਗਰੀਬ ਨਹੀਂ ਹੁੰਦਾ, ਬੱਚੇ ਵਾਸਤੇ ਮਜ਼ਹਬੀ ਵਿਤਕਰਾ ਨਹੀਂ ਹੁੰਦਾ। ਬੱਚਾ ਜਿਹਦੇ ਨਾਲ ਹੁਣੇ ਲੜ ਰਿਹਾ ਸੀ, ਫਿਰ ਨਿਰਵੈਰ ਹੋ ਕੇ ਉਹਦੇ ਨਾਲ ਖੇਡਣਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਬਾਣੀ 'ਚ ਕਹਿੰਦੇ ਨੇ, ਜੇ ਤੂੰ ਰੱਬ ਨਾਲ ਇੱਕ ਮਿਕਤਾ ਮਹਿਸੂਸ ਕਰਨਾ ਚਾਹੁੰਦਾ ਹੈ ਤਾਂ ਤੂੰ ਪਤਾ ਕੀ ਕਰ, ਪਾਇਓ ਬਾਲ ਬੁੱਧ ਸੁਖਰੇ। ਤੂੰ ਆਪਣੀ ਇਨੋਸੈਂਸ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ। ਅੱਜ ਅਸੀਂ ਸਾਰੇ ਵੇਖ ਰਹੇ ਹਾਂ ਕਿ ਇੰਟਰਨੈਟ ਔਰ ਸੈੱਲ ਫੋਨ ਸਾਡੇ ਘਰ ਵੱਡਿਆਂ ਨੂੰ ਹੁਣੇ ਚਲਾਉਣਾ ਨਹੀਂ ਆਉਂਦਾ, ਪਰ ਨਿੱਕਾ ਜੰਮਿਆ ਬੱਚਾ ਫੋਨ ਨੂੰ ਇੰਝ ਕਰਦਾ ਔਰ ਕੰਨ ਨਾਲ ਲਗਾਉਣਾ ਸ਼ੁਰੂ ਕਰ ਦਿੰਦਾ ਹੈ। ਉਹ ਜਲਦੀ ਨਾਲ ਮੈਚਿਓਰ ਹੋ ਰਿਹਾ। ਇਸ ਕਰਕੇ ਅਮਰੀਕਾ ਤੱਕ ਅਸੀਂ ਦੇਖਦੇ ਹਾਂ 10-11 ਸਾਲ ਦੀ ਬੱਚੀ ਪ੍ਰੈਗਨੈਂਟ ਹੋ ਜਾਂਦੀ ਹੈ। ਕਿਉਂ? ਕਿਉਂਕਿ ਉਹ ਸਾਰੇ ਜਲਦੀ ਤੋਂ ਜਲਦੀ ਵੱਡੇ ਹੁੰਦੇ ਜਾ ਰਹੇ ਨੇ ਔਰ ਆਪਣੀ ਇਨੋਸੈਂਸ, ਆਪਣਾ ਬਚਪਨਾ, ਆਪਣੀ ਬਾਲ ਬੁੱਧ ਗਵਾਉਂਦੇ ਜਾਂਦੇ ਨੇ। ਔਰ ਜਿਉਂ-ਜਿਉਂ ਅਸੀਂ ਆਪਣੇ ਬਚਪਨੇ ਤੋਂ, ਆਪਣੀ ਬਾਲ ਬੁੱਧ ਤੋਂ ਦੂਰ ਜਾਂਦੇ ਹਾਂ, ਤਿਉਂ-ਤਿਉਂ ਅਸੀਂ ਵੈਰ ਪਾਲਣਾ ਸ਼ੁਰੂ ਕਰਦੇ ਹਾਂ। ਅਸੀਂ ਤਿਉਂ-ਤਿਉਂ ਨਿਰਵੈਰ ਨਹੀਂ ਰਹਿੰਦੇ ਹਾਂ। ਰੋਜ਼ ਪੜ੍ਹਦੇ ਹਾਂ ਰੱਬ ਜੀ ਨਿਰਵੈਰ ਨੇ, ਪਰ ਅਸੀਂ ਵੈਰ ਪਾਲਦੇ ਜਾਂਦੇ ਹਾਂ। ਬਚਪਨ ਵਿੱਚ ਬੱਚੇ ਨੂੰ ਕਿਸੇ ਨੇ ਪੁੱਛਿਆ ਸੀ, ਆਲ ਓਵਰ ਦਾ ਵਰਲਡ ਚਾਈਲਡ ਸਾਈਕੋਲੋਜੀ ਦੇ ਸਪੈਸ਼ਲਿਸਟ ਨੇ, ਸਿਰਫ ਅਮਰੀਕਾ ਨਹੀਂ, ਆਲ ਓਵਰ ਦਾ ਵਰਲਡ। ਹੀ ਫਾਊਂਡ 97% ਬੱਚਿਆਂ ਨੂੰ ਇਹ ਡਰ ਹੁੰਦਾ ਹੈ, ਮੇਰੇ ਮੰਮੀ ਪਾਪਾ ਮੇਰੇ ਤੋਂ ਛਿਨ ਨਾ ਜਾਣ। ਹੋਰ 96% ਬੱਚਿਆਂ ਨੂੰ ਡਰ ਹੁੰਦਾ ਮੈਂ ਕਿਧਰੇ ਅੰਨਾ ਨਾ ਹੋ ਜਾਵਾਂ। ਉਸ ਤੋਂ ਬਾਅਦ ਉਸ ਥੋੜ੍ਹਾ ਜਿਹਾ ਵੱਡਾ ਹੁੰਦਾ, ਉਹਨੂੰ ਇਹ ਡਰ ਹੁੰਦਾ ਜਿਸ ਗਲੀ ਮੁਹੱਲੇ ਮੈਂ ਖੇਲਦਾ ਹਾਂ, ਮੇਰੇ ਟੋਇਜ਼ ਔਰ ਮੇਰੇ ਮਿੱਤਰ ਮੇਰੇ ਤੋਂ ਵਿਛੜ ਨਾ ਜਾਣ। ਇਸ ਤਰੀਕੇ ਦੇ ਨਾਲ ਸਟੈਟਿਸਟਿਕਸ ਲਿਖੀ ਹੈ ਕਿ ਬੱਚਿਆਂ ਨੂੰ ਮਸਾਂ 4-5 ਡਰ ਹੁੰਦੇ ਨੇ, ਛੋਟੇ ਛੋਟੇ ਜਿਹੇ।
ਫਿਰ ਡਰ ਕਿਹਨਾਂ ਨੂੰ ਹੁੰਦੇ ਨੇ ਜਿਨ੍ਹਾਂ ਪਿੱਛੇ ਨਿਰਭਉ ਜਪੈ ਸਗਲ ਭਉ ਮਿਟੈ ਕਰਾਉਣਾ ਪੈਂਦਾ ਹੈ। ਫਿਰ ਉਹ ਡਰ ਕਿਹੜੇ ਹੁੰਦੇ ਨੇ ਜਿਨ੍ਹਾਂ ਵਾਸਤੇ ਸਾਨੂੰ ਫੀਅਰਲੈਸ ਬਣਾਉਣਾ ਪੈਂਦਾ ਹੈ। ਫਿਰ ਉਹ ਡਰ ਕਿਹੜੇ ਹੁੰਦੇ ਨੇ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਉਹ ਸਾਰੇ ਭਉ ਕਿਹੜੇ ਨੇ? ਅਸੀਂ ਜਿਉਂ-ਜਿਉਂ ਬਾਲ ਬੁੱਧ ਛੱਡ ਕੇ ਵੱਡੇ ਹੁੰਦੇ ਜਾਂਦੇ ਹਾਂ, ਸਾਡੇ ਡਰ ਦੀ ਲਿਸਟ ਵੱਧਦੀ ਜਾਂਦੀ ਹੈ। ਇੱਕ ਬੂੰਦ ਨਾਲ ਪਾਣੀ ਔਰ ਪਾਣੀ ਦੇ ਨਾਲ ਨਦੀਆਂ ਦੇ ਨਾਲ ਸਾਗਰ ਬਣਦੇ ਨੇ। ਇੱਕ ਡਰ ਸਾਡਾ ਵੱਧ ਕੇ ਭੈ ਦਾ ਸਾਗਰ ਬਣ ਜਾਂਦਾ ਹੈ। ਉਹਨੂੰ ਭਵ ਜਲ ਕਹਿੰਦੇ ਨੇ। ਇਸ ਕਰਕੇ ਅਸੀਂ ਜਿੰਨੇ ਵੱਡੇ ਹੁੰਦੇ ਜਾਂਦੇ ਹਾਂ, ਸਾਡਾ ਡਰ ਦਾ ਭਵਜਲ ਸਮੁੰਦਰ ਵੱਧਦਾ ਜਾਂਦਾ ਹੈ। ਜਿਤਨਾ ਡਰ ਦਾ ਭਵਜਲ ਸਮੁੰਦਰ ਵੱਧਦਾ ਹੈ, ਉਨੀ ਅਸੀਂ ਦੁਬਿਧਾ ਦੇ ਵਿੱਚ ਡੁੱਬਦੇ ਮਰਦੇ ਜਾਂਦੇ ਹਾਂ। ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਭਵਜਲ ਬਿਨ ਸ਼ਬਦੈ ਕਿਉਂ ਤਰੀਐ, ਬਿਨ ਸ਼ਬਦੈ ਕਿਉਂ ਤਰੀਐ, ਨਾਮ ਬਿਨਾ ਜਗ ਰੋਗ ਬਿਆਪਿਆ, ਨਾਮ ਬਿਨਾ ਜਗ ਰੋਗ ਬਿਆਪਿਆ, ਦੁਬਿਧਾ ਡੁੱਬ ਡੁੱਬ ਮਰੀਐ, ਦੁਬਿਧਾ ਡੁੱਬ ਡੁੱਬ ਮਰੀ। ਅਸੀਂ ਦੁਬਿਧਾ ਦੇ ਸਮੁੰਦਰ ਵਿੱਚ ਮੀਨਸ ਡੁਐਲਿਟੀ ਦੇ ਮੀਨਸ ਡਬਲ ਫੇਸ ਵਾਲੀ ਜ਼ਿੰਦਗੀ ਦੇ ਸਮੁੰਦਰ ਵਿੱਚ ਡੁੱਬਦੇ ਰਹਿੰਦੇ ਹਾਂ। ਡਬਲ ਫੇਸ ਵਿੱਚ ਗਿਰਗਿਟ ਵਾਂਗੂ ਰੰਗ ਬਦਲਣਾ ਪੈਂਦਾ ਹੈ। ਕभी ਸਾਧੂ ਵੀ ਭੂਖਾ ਨਾ ਰਹੇ, ਸ਼ੈਤਾਨ ਵੀ ਬੇਜ਼ਾਰ ਨਾ ਹੋ। ਸਾਨੂੰ ਦੋਨੋਂ ਕੰਮ ਕਰਨੇ ਪੈਂਦੇ ਨੇ। ਉਹਦੀ ਬੜੀ ਅੱਛੀ ਨਿਸ਼ਾਨੀ ਹੈ ਸਾਡੀ। ਅਸੀਂ ਰੋਜ਼ ਸਵੇਰੇ ਪਾਠ ਕਰਦੇ ਹਾਂ, ਅਸੀਂ ਰੋਜ਼ ਸਵੇਰੇ ਗੁਰਦੁਆਰੇ ਜਾਂਦੇ ਹਾਂ, ਅਸੀਂ ਆਪਣੇ ਘਰਾਂ ਵਿੱਚ ਪਾਠ ਦਾ ਭੋਗ ਪਵਾ ਲੈਂਦੇ ਹਾਂ, ਪਰ ਸ਼ਾਮੀ ਅਸੀਂ ਸ਼ਰਾਬਾਂ ਵੀ ਪੀ ਲੈਂਦੇ ਹਾਂ। ਸ਼ਾਮੀ ਅਸੀਂ ਸ਼ਾਮ ਦੀ ਸੈਰੇਮਨੀਜ਼ ਅੰਦਰ ਸ਼ਰਾਬਾਂ ਵਰਤਾ ਵੀ ਲੈਂਦੇ ਹਾਂ। ਕਿਉਂ? ਕਿਉਂਕਿ ਹਮ ਧਰਮੀ ਕਰਮੀ ਬਹੁਤ ਹੈ। ਡੁੱਬਦਾ ਦੇ ਸਮੁੰਦਰ ਵਿੱਚ ਅਸੀਂ ਇਸ ਤਰ੍ਹਾਂ ਡੁੱਬਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਮੈਂ ਇੱਧਰ ਜਾਣਾ ਹੈ ਕਿ ਇੱਧਰ ਜਾਣਾ ਹੈ। ਕਿਉਂ? ਅੰਦਰ ਡਰ ਹੈ। ਡਰ ਨੇ ਦੁਬਿਧਾ ਪੈਦਾ ਕੀਤੀ ਸੀ। ਸੋ ਅਸੀਂ ਜਦੋਂ ਬਾਲ ਬੁੱਧ ਨੂੰ ਛੱਡਦੇ ਹਾਂ, ਬਾਲ ਬੁੱਧ ਦਾ ਐਸੈਟ ਕੈਪੀਟਲ ਦੀ ਸਾਨੂੰ ਸਮਝ ਨਹੀਂ ਹੁੰਦੀ, ਔਰ ਆਈ ਕੈਨ ਸੇ ਸਾਨੂੰ ਉਹਦੀ ਵੈਲਿਊ ਨਹੀਂ ਹੁੰਦੀ, ਔਰ ਲੇਟਰ ਔਨ ਅਸੀਂ ਉਸ ਦੀ ਵੈਲਿਊ ਨੂੰ ਜ਼ੀਰੋ ਕਰ ਦਿੰਦੇ ਹਾਂ। ਜਦੋਂ ਸਾਡਾ ਬੱਚਾ ਫੋਨ 'ਤੇ ਕਹਿ ਦਿੰਦਾ ਹੈ ਕਿ ਹਾਂ ਪਾਪਾ ਘਰ ਹਨ, ਤਾਂ ਅਸੀਂ ਉਸ ਨੂੰ ਮਾਰਦੇ ਹਾਂ। ਦੂਜੀ ਵਾਰੀ ਬੱਚਾ ਸਮਝ ਜਾਂਦਾ ਹੈ ਸੱਚ ਬੋਲਣ 'ਤੇ ਮਾਰ ਪਈ ਸੀ। ਦੂਜੀ ਵਾਰੀ ਬੱਚਾ ਝੂਠ ਬੋਲਦਾ ਹੈ ਪਾਪਾ ਘਰ ਨਹੀਂ ਹਨ, ਪਰ ਅੱਜ ਪਾਪਾ ਨੂੰ ਕੰਮ ਹੈ ਸੀ ਜਿਸ ਦਾ ਫੋਨ ਆਇਆ। ਦੂਜੀ ਵਾਰੀ ਵੀ ਉਹਨੂੰ ਥੱਪੜ ਪੈਂਦਾ ਹੈ। ਬੱਚਾ ਸਮਝ ਨਹੀਂ ਪਾਉਂਦਾ ਕਿ ਸੱਚ ਬੋਲਣ 'ਤੇ ਥੱਪੜ ਪਿਆ ਸੀ ਜਾਂ ਝੂਠ ਬੋਲਣ 'ਤੇ ਥੱਪੜ ਪਿਆ ਸੀ। ਅਲਟੀਮੇਟਲੀ ਅਸੀਂ ਬੱਚੇ ਨੂੰ ਆਪਣੇ ਵਾਂਗੂ ਡੁਐਲਿਟੀ ਵਾਲਾ ਬਣਾ ਦਿੰਦੇ ਹਾਂ। ਉਹਦੀ ਜਿਹੜੀ ਰਾਸ ਕੈਪੀਟਲ, ਉਹਦਾ ਕੀਮਤੀ ਸਾਚਾ ਜਿਹੜਾ ਧਨ ਸੀ, ਅਸੀਂ ਉਸ ਧਨ ਦੇ ਗੁਣਾਂ ਨੂੰ ਕਾਚਾ ਧਨ ਬਣਾ ਦਿੰਦੇ ਹਾਂ। ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਕਾਚਾ ਧਨ ਸੰਚੈ ਮੂਰਖ ਗਵਾਰ। ਇਹ ਸੋਨੇ ਨੂੰ, ਪੈਸੇ ਨੂੰ, ਧਨ ਨੂੰ, ਡਾਲਰ ਨੂੰ, ਰੁਪੀਜ਼ ਨੂੰ, ਮਕਾਨ ਨੂੰ, ਇਸਤਰੀ ਨੂੰ ਧਨ ਨਹੀਂ ਕਹਿੰਦੇ ਨੇ। ਗੁਰਬਾਣੀ ਮੁਤਾਬਕ ਕਾਚਾ ਧਨ ਕਹਿੰਦੇ ਨੇ ਜੋ ਅਸੀਂ ਮੰਦੇ ਖਿਆਲ ਇਕੱਠੇ ਕਰਦੇ ਹਾਂ। ਮੰਦੇ ਖਿਆਲ ਦੇ ਬਦਲੇ ਅਸੀਂ ਕੀਮਤੀ ਸਾਚਾ ਧਨ ਵਾਲੇ ਖਿਆਲਾਂ ਨੂੰ ਛਿੱਕੇ ਟੰਗ ਦਿੰਦੇ ਹਾਂ। ਆਪਣਾ ਕੈਪੀਟਲ ਅਸੀਂ ਬਚਪਨ ਵਿੱਚ ਛੋੜ ਦਿੱਤਾ, ਔਰ ਅਸੀਂ ਨੈਗੇਟਿਵ ਲੋਕਾਂ ਕੋਲੋਂ ਲੈਣਾ ਸ਼ੁਰੂ ਕੀਤਾ। ਕਈ ਸਿਆਣੀਆਂ ਮਾਵਾਂ ਹੁੰਦੀਆਂ, ਉਹ ਬੱਚੇ ਨੂੰ ਕਹਿੰਦੀਆਂ ਬੇਟਾ ਗਲੀ ਮੁਹੱਲੇ ਵਿੱਚ ਜਦੋਂ ਲੜਦੇ ਨੇ ਤੁਸੀਂ ਨਹੀਂ ਲੜਨਾ, ਤੁਸੀਂ ਅੱਛੇ ਬੱਚੇ ਹੋ, ਤੁਸੀਂ ਘਰ ਆ ਜਾਇਆ ਕਰੋ, ਵੱਧ ਤੋਂ ਵੱਧ ਤੁਸੀਂ ਮੰਮੀ ਨੂੰ ਦੱਸ ਦਿਆ ਕਰੋ, ਮੰਮੀ ਝਗੜਾ ਨਿਬੇੜ ਦੇਗੀ। ਇਸ ਤਰ੍ਹਾਂ ਮਾਵਾਂ ਕਈ ਸਿਆਣੀਆਂ ਸੁਚੱਜੀਆਂ ਬੱਚੇ ਨੂੰ ਉਹਦਾ ਰਾਸ ਕੈਪੀਟਲ ਮਲਟੀਪਲਾਈ ਕਰਨ ਵਾਸਤੇ ਉਹਦੇ ਅੰਦਰ ਸਾਹਸ, ਉਤਸ਼ਾਹ, ਸੈਲਫ ਐਸਟੀਮ ਭਰਦੀਆਂ।
पर कई मावां की कहंदियां, ਜਿਹੜਾ ਇੱਕ ਲਾਏ ਉਹਨੂੰ 2 ਲਾ ਕੇ ਆਈ, ਮਾਰ ਖਾ ਕੇ ਨਾ ਆਈ। ਪਤਾ ਹੈ ਤੂੰ ਕਿਹਦਾ ਪੁੱਤਰ ਹੈ? ਉਹ ਬੱਚੇ ਨੂੰ ਨੈਗੇਟਿਵ ਕੈਪੀਟਲ ਦੇ ਰਹੀਆਂ ਨੇ, ਕਾਚਾ ਧਨ ਦੇ ਰਹੀਆਂ ਨੇ। ਕਬੀਰ ਸਾਹਿਬ ਕਹਿ ਰਹੇ ਨੇ ਰਾਸ ਬਿਰਾਨੀ ਰੱਖਤੇ। ਜਿਹੜੇ ਦੂਜਿਆਂ ਦੀਆਂ ਗੱਲਾਂ ਕਰਦੇ ਨੇ, ਦੂਸਰਿਆਂ ਦੇ ਐਸੈਟ ਕੈਪੀਟਲ ਦੀ ਗੱਲ ਕਰਦੇ ਨੇ। ਸਾਧ ਸੰਗਤ ਜੀ, ਗੁਰਬਾਣੀ ਮੁਤਾਬਕ ਦੂਸਰਾ ਇੱਕ ਤੇ ਹੁੰਦਾ ਲੋਗ, ਲੇਕਿਨ ਗਹਿਰਾਈ 'ਚ ਜਦੋਂ ਉਹਦੀ ਅਧਿਆਤਮਕਤਾ ਵਿੱਚ ਜਾਵਾਂਗੇ ਤਾਂ ਦੂਸਰਾ ਹੁੰਦਾ ਜਮ। ਜਮ ਨੂੰ ਗੁਰਬਾਣੀ 'ਚ ਕਹਿੰਦੇ ਨੇ ਆਨ, ਜਮ ਨੂੰ ਕਹਿੰਦੇ ਨੇ ਅਵਰਾ, ਜਮ ਨੂੰ ਕਹਿੰਦੇ ਨੇ ਵਿਡਾਣੀ। ਇਸ ਸ਼ਬਦ ਵਿੱਚ ਕਹਿੰਦੇ ਨੇ ਰਾਸ ਬਿਰਾਨੀ। ਬਿਰਾਨੀ ਮੀਨਸ ਪਰਾਈ, ਵਿਡਾਨੀ। ਜਦੋਂ ਵੀ ਅਸੀਂ ਜਮਾਂ ਦੇ ਖਿਆਲਾਂ ਵਾਲੀ ਰਾਸ ਇਕੱਠੀ ਕਰਦੇ ਹਾਂ, ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ। ਮੇਰੇ ਘਰ ਦਾ ਖੇਤ ਕੀ ਸੀ? ਰੱਬ ਜੀ ਨੇ ਮੈਨੂੰ ਚੰਗੇ ਗੁਣ ਦੇ ਕੇ ਭੇਜਿਆ ਸੀ। ਇੱਥੇ ਆਪਣੀ ਚਤਰਾਈ, ਕਨਿੰਗਨੈਸ, ਆਪਣੀ ਕਲੈਵਰਨੈਸ ਦੇ ਨਾਲ ਮੈਂ ਭੋਲੇਪਨ 'ਚ ਨਹੀਂ ਰਿਹਾ। ਆਪਣੀ ਖੇਤੀ ਖਾਣੀ ਸ਼ੁਰੂ ਕਰ ਦਿੱਤੀ। ਮਨ ਮੇਰੇ ਅਨ ਦਿਨ ਜਾਗ ਹਰ ਚੇਤ, ਮਨ ਮੇਰੇ ਅਨ ਦਿਨ ਜਾਗ ਹਰ ਚੇਤ। ਆਪਣੀ ਖੇਤੀ ਰਾਖ ਲੈ, ਕੂੰਜ ਪੜੇਗੀ ਖੇਤ। ਆਪਣੀ ਖੇਤੀ ਰਾਖ ਲੈ, ਕੂੰਜ ਪੜੇਗੀ ਖੇਤ। ਮਨ ਮੇਰੇ ਅਨ ਦਿਨ ਜਾਗ ਹਰ ਚੇਤ, ਮਨ ਮੇਰੇ ਅਨ ਦਿਨ ਜਾਗ ਹਰ ਚੇਤ। ਹਰ ਚੇਤ ਦਾ ਮਤਲਬ ਕੀ ਹੈ? ਜਾਗ। ਜਾਗ ਦਾ ਮਤਲਬ ਕੀ ਹੈ? ਬੀ ਅਵੇਅਰ। ਹਰ ਚੇਤ ਦਾ ਮਤਲਬ ਰੱਬੀ ਗੁਣਾਂ ਨੂੰ ਯਾਦ ਰੱਖ। ਜੇ ਤੂੰ ਰੱਬੀ ਗੁਣਾਂ ਨੂੰ ਨਹੀਂ ਯਾਦ ਰੱਖਦਾ ਤੇ ਤੂੰ ਕਰਦਾ ਕੀ ਹੈ? ਤੂੰ ਲੋਕਾਂ ਦੇ ਅਵਗੁਣਾਂ ਨੂੰ ਯਾਦ ਰੱਖਦਾ ਹੈ। ਸਾਧ ਸੰਗਤ ਜੀ, ਸਟੇਜ ਤੇ ਬੈਠ ਕੇ ਇੱਥੋਂ ਮੈਂ ਰੱਬੀ ਨਾਂ ਲਵਾਂ ਔਰ ਸਟੇਜ ਤੋਂ ਉਤਰ ਬਾਅਦ ਮੈਂ ਲੋਕਾਂ ਦੀਆਂ ਗੱਲਾਂ ਕਰਾਂ, ਫਿਰ ਆਪੇ ਸੰਗਤਾਂ ਅੰਦਾਜ਼ਾ ਲਾ ਸਕਦੀਆਂ ਕਿ ਮੈਂ ਰੱਬ ਜੀ ਦਾ ਨਾਂ ਲੈ ਰਿਹਾ ਕਿ ਮੈਂ ਲੋਕਾਂ ਦੇ ਅਵਗੁਣਾਂ ਦੀਆਂ ਗੱਲਾਂ ਕਰ ਰਿਹਾ। ਲੋਗ अवगुणा की बन्ने गंठड़ी, लोग अवगुणा की बन्ने गंठड़ी, लोग अवगुणा की बन्ने गुण ना विहाजे कोए, गुण ना विहाजे कोए, लोग अवगुण की बन्ने गंठड़ी, लोग अवगुण की बन्ने गंठड़ी। लोकां ਦੀਆਂ ਗੱਲਾਂ ਕਰਦਾ ਹੈ। You want to follow people, ਗੱਲ ਉਹਦੀ ਕਰਨੀ ਚਾਹੀਦੀ ਹੈ ਜਿਹਨੂੰ ਤੂੰ ਫੋਲੋ ਕਰਨਾ ਚਾਹੁੰਦਾ ਹੈ। ਸਾਧ ਸੰਗਤ ਜੀ, ਅਸੀਂ ਆਪਣੇ ਬਾਰੇ ਨਾ ਫੈਸਲਾ ਕਰਨਾ ਹੈ। ਮੈਂ ਰੱਬ ਜੀ ਦੇ ਮਾਰਗ ਤੇ ਟੁਰਨਾ ਚਾਹੁੰਦਾ ਤਾਂ ਮੈਨੂੰ ਉਠਤ ਬੈਠਤ ਸੋਵਤ ਆਈਏ ਮਾਰਗ ਚੱਲੇ ਹਰੇ ਹਰ ਗਾਈਏ, ਮੈਨੂੰ ਰੱਬ ਜੀ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਫਿਰ
पर मैं लोकां दियां करदा। जिस नूं मैं फॉलो करना चाहता हाँ मैं उहदियां गल्लां करदा हाँ। रब वास्ते तो लोगन से मेरा ठाठा बागा है, लोकां नूं तो मैं दिखाण वास्ते रब दियां गल्लां करदा हाँ। अंदरों ते मैनूं शौक है, लोकी किंज टुरदे ने, अंदरों मेरा शौक नजर आंदा है। लोग दाज लेते हैं, हम भी लेंगे। हर चेत ना होया, सिर्फ गुरुद्वारे बैठ के इत्थों जपिया हर हर करे नित कपट कमावे, हर हर करे नित कपट कमावे, हिरदा शुद्ध न होई, हिरदा शुद्ध न होई, हर हर करे नित कपट कमावे, हर हर करे नित कपट कमावे, हिरदा शुद्ध न होई, हिरदा न होई। सो असी ਜ਼ਬਾਨ ਤੋਂ ਧਾਰਮਿਕ ਸਥਾਨ ਤੇ ਜਾਂ ਆਪਣੀ ਮੈਡੀਟੇਸ਼ਨ ਵਿੱਚ ਜਾਂ ਆਪਣਾ ਸਿਮਰਨ ਕਰਨ ਵੇਲੇ ਆਪਣਾ ਚੌਕਾ ਮਾਰ ਕੇ ਆਪਣੀ ਮਾਲਾ ਫੇਰ ਕੇ ਦੂਸਰਿਆਂ ਨੂੰ ਦਿਖਾ ਕੇ ਰੱਬ ਦਾ ਨਾਮ ਲੈ ਲਿਆ, ਪਰ ਮੈਂ ਰੱਬ ਜੀ ਨੂੰ ਫੋਲੋ ਨਹੀਂ ਕਰਨਾ ਚਾਹੁੰਦਾ। ਇਸ ਕਰਕੇ ਮੈਂ ਲੋਕਾਂ ਦੀ ਗੱਲ ਸ਼ੁਰੂ ਕੀਤੀ, ਤੇ ਲੋਕਾਂ ਦੀ ਗੱਲ ਜਦੋਂ ਮੈਂ ਸ਼ੁਰੂ ਕੀਤੀ ਚੰਗੇ ਗੁਣਾਂ ਦੀ ਨਹੀਂ ਕੀਤੀ। ਸਾਰੇ ਸਮਾਜ ਵਿੱਚ ਕੌਣ ਕੌਣ ਚੰਗਾ, ਕਿਹੜੇ ਕਿਹੜੇ ਚੰਗੇ ਗੁਣਾਂ ਨਾਲ ਜੀਂਦਾ ਹੈ, ਕੌਣ ਕੌਣ ਉਸਾਰੂ ਕੀਰਤੀ ਕੰਮ ਕਰਤਾ ਪੁਰਖ ਵਾਲੇ ਕਰਦਾ ਹੈ, ਇਹ ਵਿਚਾਰਾਂ ਅਸੀਂ ਘਰਾਂ 'ਚ ਕਰਦੇ ਹੀ ਨਹੀਂ ਹਾਂ। ਅਸੀਂ ਇੱਕ ਦੂਜੇ ਦੇ ਨਾਲ ਬੈਠਣ ਵਾਸਤੇ ਵਕਤ ਕੱਢਦੇ ਹਾਂ, ਇੱਕ ਦੂਜੇ ਨੂੰ ਫੋਨ ਕਰਦੇ ਹਾਂ, ਆਪਣੇ ਬਿਜ਼ਨਸ 'ਚੋਂ ਵੀ ਟਾਈਮ ਕੱਢਦੇ ਹਾਂ, ਆਪਣੀ ਛੁੱਟੀ ਦਾ ਸਮਾਂ ਵੀ ਲੱਭਦੇ ਹਾਂ, ਪਰ ਕਿਹਦਾ ਲੋਕ ਅਵਗੁਣਾ ਕੀ ਬੰਨ੍ਹੈ ਗੰਠੜੀ, ਲੋਕਾਂ ਦੇ ਅਵਗੁਣ ਫਰੋਲਣ ਵਾਸਤੇ। ਕਿਉਂ? ਕਿਉਂਕਿ ਅਸੀਂ ਵੇਲੇ ਬਹੁਤ ਹਾਂ। ਸਾਡਾ ਨਾਂ ਪਿਆ ਹੋਇਆ ਹੈ, ਅਸੀਂ ਧਰਮੀ ਬਹੁਤ ਹਾਂ। ਜਦੋਂ ਕਦੇ ਕਿਸੇ ਨਾਲ ਗੱਲ ਕਰੋ ਕਿ ਸ਼ਬਦ ਦੇ ਵਿਚਕਾਰ ਇਹ ਔਂਕੜ ਦੁਲੈਂਕੜ ਲੱਗੀ ਹੋਈ ਹੈ, ਇਹ ਬਿਆਰੀ ਸਿਆਰੀ ਲੱਗੀ ਹੈ, ਇਹਦਾ ਸ਼ੁੱਧ ਉਚਾਰਨ ਇੰਜ ਹੁੰਦਾ ਹੈ ਔਰ ਇਹਦੇ ਇਹ ਵਾਲੇ ਅਰਥ ਬਣਦੇ ਨੇ। ਇਸ ਸ਼ਬਦ ਦੇ ਵਿੱਚ ਰਹਾਉ ਇਹ ਕਹਿੰਦਾ ਹੈ, ਸੰਗਤਾਂ ਕਹਿੰਦੀਆਂ ਹੁਣ ਵੀਰ ਜੀ ਇਹ ਸਭ ਕੁਝ ਪੜ੍ਹਨ ਦਾ ਸਾਡੇ ਕੋਲ ਟਾਈਮ ਨਹੀਂ ਹੈ। ਬਿਜ਼ਨਸਮੈਨ ਕਹਿੰਦਾ ਹੈ ਜੀ ਵੀਰ ਜੀ ਸਾਡੇ ਕੋਲ ਟਾਈਮ ਨਹੀਂ ਹੈ। ਔਰ ਅਸੀਂ ਕਿਤਨੇ ਵਿਹਲੇ ਹਾਂ ਦੂਸਰਿਆਂ ਦੀਆਂ ਪੋਟਲੀਆਂ ਦੂਸਰਿਆਂ ਦੇ ਘਰ ਫਰੋਲਣ ਵਾਸਤੇ। ਕਬੀਰ ਜੀ ਦਾ 2 ਲਾਈਨਾਂ ਦਾ ਸ਼ਲੋਕ ਘੰਟੇ ਵਿੱਚ ਵਿਚਾਰ ਕੀਤੀ ਨਹੀਂ ਜਾ ਸਕਦੀ, ਕਿਉਂਕਿ ਜਦੋਂ ਤੱਕ ਇਹ ਟਰਮ ਸਮਝ ਹੀ ਨਾ ਆਏ ਰਾਸ ਬਿਰਾਨੀ ਰਾਖ ਤੇ ਕੀ ਹੁੰਦਾ ਹੈ, ਦੂਸਰਿਆਂ ਦਾ ਅਸੈਟ ਕੈਪੀਟਲ ਦੀਆਂ ਗੱਲਾਂ ਕਰਨੀਆਂ, ਉਸ ਨੂੰ ਬੋਰੋ ਕਰਨਾ, ਉਹਨੂੰ ਆਪਣੇ ਬੋਝੇ 'ਚ ਪਾਉਣ ਦਾ ਮਤਲਬ ਕੀ ਹੁੰਦਾ ਹੈ। ਦੂਸਰੇ ਕਾ ਧਨ ਮੈਨੇ ਲੈ ਲਿਆ, ਦੂਸਰੇ ਕਾ ਧਨ ਅਵਗੁਣੋਂ ਕਾ ਥਾ, ਡੈਫੀਸ਼ੀਐਂਸੀਜ਼ ਸ਼ਾਰਟਕਮਿੰਗਸ ਦਾ ਥਾ, ਦੂਜੇ ਨੂੰ ਗਾਲ ਕੱਢਣੀ ਆਉਂਦੀ ਹੈ ਮੈਂ ਲੈ ਲਈ ਆਪਣੇ ਬੋਝੇ 'ਚ ਪਾ ਲਈ। ਦੂਜਾ ਆਪਣੀ ਪਤਨੀ ਨੂੰ ਕਿੰਝ ਸਤਾਉਂਦਾ ਮੈਂ ਸਿੱਖ ਲਿਆ, ਆਪਣੇ ਬੋਝੇ ਵਿੱਚ ਪਾ ਲਿਆ। ਕਿਹੜੀ ਪਤਨੀ ਆਪਣੇ ਪਤੀ ਨੂੰ ਕਿਸ ਤਰ੍ਹਾਂ ਸਤਾਉਂਦੀ ਹੈ ਮੈਂ ਸਿੱਖ ਲਿਆ, ਮੈਂ ਆਪਣੀ ਨੂੰਹ ਨੂੰ ਜਾਂ ਆਪਣੀ ਸੱਸ ਨੂੰ ਜਾਂ ਆਪਣੇ ਪਤੀ ਨੂੰ ਉਂਝ ਤੰਗ ਕਰਿਆ ਕਰਾਂਗੀ। ਜੇ ਮੈਨੂੰ ਕਿੱਧਰੋਂ ਵੀ ਇਹ ਬੈਡ ਕੈਪੀਟਲ ਮਿਲੇਗਾ ਕਾਚੇ ਧਨ ਦਾ, ਭਾਵੇਂ ਉਹ ਟੀਵੀ ਤੋਂ, ਸੀਰੀਅਲ ਤੋਂ, ਫਿਲਮਾਂ ਤੋਂ, ਉਹ ਮੈਂ ਲੈ ਲਵਾਂਗੀ। ਮੈਂ ਆਪਣੀ ਸੱਸ ਨੂੰ ਪੁੱਠਾ ਟੰਗ ਕੇ ਰੱਖਾਂਗੀ, ਆਪਣੇ ਪਤੀ ਨੂੰ ਪੁੱਠਾ ਟੰਗ ਕੇ ਰੱਖਾਂਗੀ, ਆਪਣੀ ਦਰਾਨੀ ਨਾਲ ਜਾਂ ਜਠਾਣੀ ਨਾਲ ਲੜਾਈ ਮਾਰ ਕੇ ਰੱਖਾਂਗੀ। ਕਿਉਂ? ਕੋਲ ਕਾਚਾ ਧਨ ਇਕੱਠਾ ਕੀਤਾ। ਇਹ ਰਾਸ ਬਿਰਾਨੀ ਅਸੀਂ ਇਕੱਠੀ ਕਿਵੇਂ ਕਰਦੇ ਹਾਂ? ਹਾਊ ਵੀ ਐਕਿਊਮੂਲੇਟ ਦਿਸ ਕੈਪੀਟਲ। ਕਬੀਰ ਜੀ ਕਹਿੰਦੇ ਨੇ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਆਪਣੇ ਕੋਲ ਜਿਹੜੇ ਚੰਗੇ ਗੁਣਾਂ ਦਾ ਖੇਤ ਹੈ ਉਹ ਖਾਧਾ ਜਾਂਦਾ ਹੈ। ਕਿਉਂ? ਕਿਉਂਕਿ ਅਸੀਂ ਉਹਦੇ ਵਾਸਤੇ
ਅਵੇਅਰ ਨਹੀਂ ਹਾਂ, ਅਸੀਂ ਉਹਦੇ ਵਾਸਤੇ ਜਾਗ ਨਹੀਂ ਰਹੇ ਹਾਂ। ਅੱਛਾ, ਕੌਣ ਖਾਂਦੇ ਨੇ? ਮੈਂ ਪਹਿਲੀ ਪੰਕਤੀ ਤੋਂ ਇਹਦੇ ਅਰਥ ਨਹੀਂ ਸਾਂਝ ਕੀਤੇ। ਮੈਂ ਟੇਕ ਜਿਸ ਪੰਕਤੀ ਦੀ ਗਾਇਕੀ ਵੇਲੇ ਰੱਖੀ ਹੈ, ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ। ਸਾਧ ਸੰਗਤ ਜੀ, ਕੌਣ ਖਾਂਦਾ ਹੈ? ਪਹਿਲੀ ਪੰਕਤੀ 'ਚ ਕਹਿੰਦੇ ਨੇ, ਕਬੀਰ ਅਵਰਾ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਜਿਹੜੇ ਦੂਜਿਆਂ ਨੂੰ ਉਪਦੇਸ਼ ਦਿੰਦੇ ਰਹਿੰਦੇ ਨੇ, ਸਾਡਾ ਤਰੀਕਾ, ਕੋਈ ਪ੍ਰਚਾਰਕ ਆਵੇ ਬੱਚਿਆਂ ਨੂੰ ਸਿਖਾ ਜਾਵੇ, ਇਹਨੂੰ ਕਹਿੰਦੇ ਨੇ ਅਵਰਾ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਹਰ ਮਾਂ ਪਿਓ ਚਾਹੁੰਦਾ ਹੈ ਕੋਈ ਬੱਚਿਆਂ ਨੂੰ ਸਿਖਾ ਜਾਵੇ, ਪਰ ਮਾਂ ਪਿਓ ਆਪਣੀ ਜ਼ਾਤ ਨਹੀਂ ਛੱਡਣਾ ਚਾਹੁੰਦੇ। ਹਰ ਮਾਂ ਪਿਓ ਚਾਹੁੰਦਾ ਕੋਈ ਬੱਚਿਆਂ ਨੂੰ ਸਿਖਾ ਜਾਏ, ਪਰ ਮਾਂ ਪਿਓ ਦਾਜ ਮੰਗਦੇ ਨੇ। ਹਰ ਕੋਈ ਕਹਿੰਦਾ ਕੋਈ ਬੱਚਿਆਂ ਨੂੰ ਸਿਖਾ ਜਾਏ, ਮਾਂ ਪਿਓ ਬੱਚੇ ਦਾ ਜ਼ਾਤ ਬਰਾਦਰੀ ਦੇ ਹਿਸਾਬ ਦੇ ਨਾਲ ਵਿਆਹ ਕਰਦੇ ਨੇ। ਇਹ ਜਟਾਂ ਨਾਲ, ਇਹ ਪਾਪਿਆਂ ਨਾਲ, ਇਹ ਰਾਮਗੜੀਆਂ ਨਾਲ, ਇਹ ਅਰੋੜਿਆਂ ਨਾਲ। ਈਵਨ ਵੱਡਿਆਂ ਨੇ ਹੀ ਜੱਟ ਪਾਪੇ ਰਾਮਗੜੀਆਂ ਦੇ ਗੁਰਦੁਆਰੇ ਬਣਾਏ ਹਨ। ਅਸੀਂ ਕਹਿ ਰਹੇ ਹਾਂ ਬੱਚਿਆਂ ਨੂੰ ਕੋਈ ਸਮਝਾ ਜਾਏ, ਔਰ ਬੱਚੇ ਸਾਨੂੰ ਲੜਦਿਆਂ ਤੱਕਦੇ ਨੇ, ਵੱਡਿਆਂ ਨੂੰ, ਮੰਮੀ ਪਾਪਾ ਨੂੰ। ਬੱਚੇ ਸਾਡੇ ਅਵਗੁਣ ਤੱਕਦੇ ਨੇ, ਤਾਂ ਬੱਚੇ ਹੈਰਾਨ ਰਹਿ ਜਾਂਦੇ ਨੇ ਕਿ ਮੈਂ ਗੁਰਦੁਆਰੇ ਜਾਵਾਂ ਜਾਂ ਮੈਂ ਮਾਂ ਪਿਓ ਨੂੰ ਫੋਲੋ ਕਰਾਂ। ਸਾਧ ਸੰਗਤ ਜੀ, ਸਾਰੀ ਗੱਲ ਦਾ ਨਿਚੋੜ ਨਿਕਲੇਗਾ ਕਿ ਤੈਨੂੰ ਧਾਰਮਿਕ ਦੁਨੀਆ ਵਿੱਚ ਆਪਣੀ ਭਲੀ ਨਿਬੇੜਨੀ ਹੈ। ਤੂੰ ਇਹ ਸੋਚ, ਮੈਨੂੰ ਕੀ ਕਹਿੰਦੇ ਨੇ? ਮੇਰੇ ਮਨ ਨੂੰ ਕਹਿੰਦੇ ਨੇ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਆਪਣੇ ਬਾਰੇ ਕਹਿੰਦੇ ਨੇ, ਅਸੀਂ ਆਪਣੇ ਬਾਰੇ ਤੇ ਕੁਝ ਕਰਨ ਨੂੰ ਤਿਆਰ ਹੀ ਨਹੀਂ ਹਾਂ। ਐਜ਼ ਇਫ ਕਿ ਮੈਂ ਤੇ ਪੁੱਗਿਆ ਹੀ ਹੋਇਆ, ਐਜ਼ ਇਫ ਮੈਂ ਤੇ ਪੂਰਨ ਸੰਤ ਹਾਂ, ਐਜ਼ ਇਫ ਕਿ ਮੈਂ ਤੇ ਰੱਬ ਜੀ ਨਾਲ ਜੁੜਿਆ ਹੀ ਹੋਵਾਂ। ਸਾਧ ਸੰਗਤ ਜੀ, ਇਹੀ ਬੜਾ ਭਾਰੀ ਭੁਲੇਖਾ ਹੈ। ਕਬੀਰ ਜੀ ਕਹਿੰਦੇ ਨੇ, ਅਵਰੈ ਕੋ ਉਪਦੇਸ਼ ਤੇ। ਪ੍ਰਚਾਰ ਕਰਨ ਵਾਲੇ ਵੀ ਇੰਝ ਹੀ ਕਰਦੇ ਨੇ, ਸੰਤਾਂ ਦੇ ਡੇਰੇ ਵੀ ਇੰਝ ਹੀ ਕਰਦੇ ਨੇ, ਸਾਨੂੰ ਸਭ ਨੂੰ ਮਾਇਆ ਦੇ ਜਾਓ। ਲੇਕਿਨ ਸਾਧ ਸੰਗਤ ਜੀ, ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਰੇਤ ਦਾ ਮਤਲਬ ਕੀ ਹੁੰਦਾ ਹੈ? ਰੇਤ ਦਾ ਮਤਲਬ ਹੁੰਦਾ ਹੈ ਮੁਖ ਵਿੱਚ ਨਿੰਦਾ ਪੈ ਜਾਂਦੀ ਹੈ, ਔਰ ਨਿੰਦਾ ਦੇ ਕਾਰਨ ਕੀ ਹੁੰਦਾ ਹੈ? ਵੀ ਸਟਾਰਟ ਬੈਕ ਬਾਈਟਿੰਗ। ਬੈਕ ਬਾਈਟਿੰਗ ਇੱਕ ਲਫ਼ਜ਼ ਬੜਾ ਪਾਪੂਲਰ ਹੈ। ਬੈਕ ਬਾਈਟਿੰਗ, ਬੈਕ ਸਟੈਬਿੰਗ, ਕਿਸੇ ਦੇ ਪਿੱਛੇ ਕਿਸੇ ਦੀਆਂ ਗੱਲਾਂ ਕਰਨਾ, ਇਸ ਸਾਰੀ ਕਿਰਿਆ ਨੂੰ ਨਿੰਦਾ ਕਹਿੰਦੇ ਨੇ। ਨਿੰਦਾ ਦੀ ਇਸ ਅਵਸਥਾ ਨੂੰ ਅਸੀਂ ਸਾਰੇ ਜੀਂਦੇ ਹਾਂ, ਕਿਉਂਕਿ ਸਾਡੇ ਮੁਖ ਵਿੱਚ ਰੇਤ ਪੈ ਚੁੱਕੀ ਹੈ, ਕਿਉਂਕਿ ਅਸੀਂ ਦੂਸਰਿਆਂ ਨੂੰ ਉਪਦੇਸ਼ ਦੇਣਾ ਜਾਣਦੇ ਹਾਂ, ਪਰ ਅਵਰ ਉਪਦੇਸ਼ ਹੈ ਆਪ ਨਾ ਕਰੈ। ਉਹਨੂੰ ਕਹਿੰਦੇ ਨੇ ਆਵਤ ਜਾਵਤ ਜਨਮੈ ਮਰੈ। ਉਹ ਆਵਤ ਜਾਵਤ ਜਨਮੈ ਮਰੈ ਕੀ ਹੁੰਦਾ? ਉਹ ਦਿਨ ਰਾਤ ਨਿੰਦਾ ਕਰਦਾ ਹੈ। ਸਾਧ ਸੰਗਤ ਜੀ, ਅਸੀਂ ਸਾਰੇ ਨਿੰਦਾ ਕਰਦੇ ਹਾਂ, ਪਰ ਨਿੰਦਾ ਕਰਕੇ ਕਹਿੰਦੇ ਹਾਂ ਮੈਂ ਤੇ ਸੱਚ ਨੂੰ ਸੱਚ ਹੀ ਬੋਲਿਆ ਨਾ, ਜੇ ਫਲਾਣਾ ਭੈੜਾ ਸੀ ਤੇ ਮੈਂ ਸਿਰਫ ਦੱਸਿਆ ਹੀ ਹੈ, ਭੈੜੇ ਨੂੰ ਭੈੜਾ ਹੀ ਕਹਿਣਾ ਗੁਰੂ ਸਾਹਿਬ ਨੇ ਦੱਸਿਆ ਕਿ ਨਿੰਦਾ ਨਹੀਂ ਹੈ। ਇੰਝ ਕਹਿ ਕੇ ਅਸੀਂ ਜਸਟੀਫਾਈ ਕਰ ਲੈਂਦੇ ਹਾਂ, ਜਿਸ ਤਰ੍ਹਾਂ ਕਿ ਅਸੀਂ ਅੰਤਰਜਾਮੀ ਔਰ ਅਸੀਂ ਸਭ ਕੁਝ ਜਾਣਦੇ ਹਾਂ। ਹੋਰਨਾਂ ਨੂੰ ਉਪਦੇਸ਼ ਕਰਨਾ, ਆਪਣਾ ਜੀਵਨ ਉਜਾੜਨਾ, ਆਪਣੀ ਖੇਤੀ ਸੰਭਾਲਣਾ, ਹੋਰਨਾਂ ਨੂੰ ਕਹਿਣਾ ਤੇਰੀ ਖੇਤੀ ਵਿੱਚ ਜਾਨਵਰ ਇੰਝ ਪੈ ਜਾਣਗੇ, ਹੋਰਨਾਂ ਨੂੰ ਉਪਦੇਸ਼ ਦੇਣਾ ਕਿ ਤੂੰ ਇਹ ਚੀਜ਼ਾਂ ਨਾ ਖਾਇਆ ਕਰ, ਇਹਦੇ ਨਾਲ ਤੇਰਾ ਪੇਟ ਖਰਾਬ ਹੋ ਜਾਏਗਾ, ਹੋਰਨਾਂ ਨੂੰ ਉਪਦੇਸ਼ ਦੇਣਾ ਕਿ ਦੇਖ ਇਸ ਤਰ੍ਹਾਂ ਆਪਣੀ ਖੇਤੀ ਉਜੜ ਜਾਂਦੀ ਹੈ, ਪਰ ਆਪਣੇ ਕਾਮ ਕ੍ਰੋਧ ਨੂੰ ਮੋਹ ਹੰਕਾਰ ਵਾਲੇ ਜਾਨਵਰ ਮੈਨੂੰ ਕਿਸ ਤਰ੍ਹਾਂ ਸਤਾਉਂਦੇ ਨੇ, ਮੇਰੀ ਖੇਤੀ ਨੂੰ ਕਿੰਝ ਖਾਂਦੇ ਨੇ, ਇਹਦਾ ਧਿਆਨ ਨਹੀਂ। ਸੋ ਜੋ ਰਾਸ ਬਿਰਾਨੀ ਰੱਖਦੇ ਨੇ, ਅਵਰਾਂ ਨੂੰ ਉਪਦੇਸ਼ ਕਰਦੇ ਨੇ ਔਰ ਨਿੰਦਕ ਹੋ ਜਾਂਦੇ ਨੇ, ਹੋਰਨਾਂ ਦੀ ਖੇਤੀ ਨੂੰ ਜਾਨਵਰਾਂ ਤੋਂ ਬਚਾ ਕੇ ਉਪਦੇਸ਼ ਕਰਕੇ ਆਪਣੀ ਖੇਤੀ ਦਾ ਮਤਲਬ ਕੀ ਹੋਇਆ? ਆਪਣੀ ਹੈਬਿਟਸ ਖਰਾਬ ਕਰਵਾਉਂਦੇ ਰਹਿੰਦੇ ਨੇ, ਆਪਣੀ ਹੈਬਿਟਸ ਨੂੰ ਮਲਟੀਪਲਾਈ ਕਰਦੇ ਨੇ। ਕਬੀਰ ਜੀ ਕਹਿੰਦੇ ਨੇ, ਕਬੀਰ ਟਾਲੈ ਟੋਲੈ ਦਿਨ ਗਿਆ, ਕਬੀਰ ਟਾਲੈ ਟੋਲੈ ਦਿਨ ਗਿਆ, ਵਿਆਜ ਬੜ੍ਹਨ ਤੋਂ ਵਿਆਜ ਬੜ੍ਹਨ ਤੋਂ ਜਾਏ, ਵਿਆਜ ਬੜ੍ਹਨ
ਨਾ ਹਰ ਭਜਿਓ ਨਾ ਖਤ ਫਟਿਓ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚਿਓ ਆਏ, ਕਾਲ ਪਹੁੰਚਿਓ ਆਏ। कबीर टाले टोले दिन गया, कबीर टाले टोले दिन गया, व्याज बढ़न तो ਵਿਆਜ ਵੱਧਦਾ ਜਾਂਦਾ ਕਿਹਦਾ? ਅਵਗੁਣਾ ਦਾ। ਇਸ ਸ਼ਬਦ ਅੱਜ ਦਾ ਟੌਪਿਕ ਸਾਡਾ ਵਿਆਜ ਕੀ ਵੱਧ ਰਿਹਾ? ਨਿੰਦਾ ਦਾ। ਸਾਡੀ ਨਿੰਦਾ ਦੀ ਆਦਤ ਵੱਧਦੀ ਜਾਂਦੀ ਹੈ। ਜਿਤਨੀ ਨਿੰਦਾ ਦੀ ਆਦਤ ਵੱਧਦੀ ਜਾਂਦੀ ਹੈ ਉਤਨੀ ਸਾਡੀ ਇੱਕ ਦੂਜੇ ਦੇ ਨਾਲ ਡਿਸਹਾਰਮਨੀ ਹੁੰਦੀ ਜਾਂਦੀ ਹੈ। ਅਸੀਂ ਹਰ ਕਿਸੇ ਨਾਲ ਗੱਲ ਕਰਕੇ ਆਪਣੇ ਆਪ ਨੂੰ ਪੇਸ਼ ਕਰ ਲੈਂਦੇ ਹਾਂ ਚੰਗਾ ਔਰ ਦੂਜੇ ਨੂੰ ਪੇਸ਼ ਕਰ ਲੈਂਦੇ ਹਾਂ ਮੰਦਾ। ਇਸ ਸੁਭਾਅ ਨੂੰ ਨਿੰਦਾ ਕਹਿੰਦੇ ਹਨ। ਸੋ ਅਵਰਨ ਹਸਤ ਆਪ ਹੈ ਕਾਣੇ, ਤਿਨਕੋ ਦੇਖ ਕਬੀਰ ਲਜਾਣੇ। ਕਬੀਰ ਜੀ ਕਹਿੰਦੇ ਨੇ ਜਿਹੜੇ ਦੂਜਿਆਂ ਤੇ ਹੱਸਦੇ ਨੇ, ਮੀਨਸ ਜਿਹੜੇ ਦੂਜਿਆਂ ਦੀਆਂ ਗੱਲਾਂ ਕਰਦੇ ਨੇ, ਮੀਨਸ ਜਿਹੜੇ ਦੂਜਿਆਂ ਦੇ ਅਵਗੁਣਾਂ ਦੀਆਂ ਗੱਲਾਂ ਕਰਦੇ ਰਹਿੰਦੇ ਨੇ, ਉਹ ਕਾਣੇ ਹੁੰਦੇ ਨੇ। ਕਬੀਰ ਜੀ ਦੀ ਰਸਨਾ ਤੋਂ ਉਚਾਰਿਆ ਸ਼ਬਦ ਅਵਰਨ ਹਸਤ ਆਪ ਹੈ ਕਾਣੇ, ਤਿਨਕੋ ਦੇਖ ਕਬੀਰ ਲਜਾਣੇ। ਲੱਜਾ ਆਂਦੀ ਹੈ ਸਾਧ ਸੰਗਤ ਜੀ, ਸਾਨੂੰ ਲੱਜਾ ਆਉਣੀ ਚਾਹੀਦੀ ਹੈ ਜਦੋਂ ਅਸੀਂ ਦੂਜਿਆਂ ਦੀਆਂ ਗੱਲਾਂ ਕਰਦੇ ਹਾਂ। ਅੱਜ ਬਿਜ਼ਨਸ ਵਰਲਡ ਦੇ ਅੰਦਰ ਵੀ ਇਹ ਬੈਂਡ ਹੈ ਕਿ ਤੁਸੀਂ ਆਪਣੀ ਕੰਪਨੀ ਦੀ ਵਡਿਆਈ ਕਰਨ ਵੇਲੇ ਦੂਜੀ ਕੰਪਨੀ ਦੀ ਐਡਵਰਟਾਈਜ਼ਮੈਂਟ ਵਿੱਚ ਨਿੰਦਾ ਨਹੀਂ ਕਰ ਸਕਦੇ। ਇਟਸ ਕ੍ਰਾਈਮ। ਐ ਨਹੀਂ ਤੁਸੀਂ ਕਹਿ ਸਕਦੇ ਮੇਰਾ ਸ਼ੈਂਪੂ ਵਧੀਆ ਤੇ ਫਲਾਣੀ ਕੰਪਨੀ ਦਾ ਨਾਂ ਲੈ ਕੇ ਉਹਨਾਂ ਦੀ ਕੰਪਨੀ ਦਾ ਘਟੀਆ। ਇਹ ਕ੍ਰਾਈਮ ਹੋ ਜਾਏਗਾ। ਸਿਰਫ ਉਹ ਕਹਿੰਦੇ ਨੇ ਤੁਸੀਂ ਆਪਣੀ ਪ੍ਰੋਡਕਟ ਦੇ ਗੁਣਾਂ ਦੀ ਗੱਲ ਕਰ ਸਕਦੇ ਹੋ, ਦੂਜਿਆਂ ਦੀ ਨਹੀਂ ਕਰ ਸਕਦੇ। ਪਰ ਧਰਮ ਦੀ ਦੁਨੀਆ ਵਿੱਚ ਅਸੀਂ ਦੂਜੇ ਧਰਮਾਂ ਵਾਲਿਆਂ ਦੀ ਨਿੰਦਾ ਵੀ ਕਰਦੇ ਹਾਂ। ਧਰਮ ਦੀ ਦੁਨੀਆ ਵਿੱਚ ਅਸੀਂ ਦੂਸਰੀਆਂ ਕੌਮਾਂ ਦੀ ਵੀ ਨਿੰਦਾ ਕਰਦੇ ਹਾਂ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਕਮਿਊਨਲ ਵਿਤਕਰੇ ਔਰ ਇੱਕ ਦੂਜੇ ਧਰਮਾਂ ਨੂੰ ਨੀਵਾਂ ਪਾਉਣ ਦੀਆਂ ਜਿਤਨੀਆਂ ਅਸੀਂ ਨਿੰਦਾ ਕਰਦੇ ਹਾਂ, ਇਹ ਅਸੀਂ ਉਹ ਕਾਣੇ ਵਾਲੀ ਹੀ ਬਿਰਤੀ ਵਿੱਚ ਪਏ ਰਹਿੰਦੇ ਹਾਂ।